हेलो एंड वेलकम ਤੁਸੀਂ ਦੇਖ ਰਹੇ ਹੋ ਦ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੀ ਹੋਸਟ ਸੁਖਬੀਰ ਕੇ ਰਾਵੀ ਔਰ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਐਕਸਪਰਟ RCICI ਮੈਂਬਰ ਜਸਪ੍ਰੀਤ ਪਾਟਿਆ ਜੀ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਤੇ ਜਸਪ੍ਰੀਤ ਜੀ, ਮੈਂ ਚਾਹੁੰਦੀ ਅੱਜ ਅਸੀਂ ਗੱਲ ਕਰੀਏ ਉਹਨਾਂ ਸਟੂਡੈਂਟਸ ਦੀ ਜਿਹੜੇ ਕਿ ਸਟੱਡੀ ਦੇ ਲਈ ਫੋਰਨ ਜਾ ਰਹੇ ਨੇ ਜਾਂ ਜਾ ਚੁੱਕੇ ਨੇ ਔਰ ਉਹਨਾਂ ਨੇ ਆਪਣੇ ਸਪਾਊਸ ਨੂੰ ਇੱਥੋਂ ਬੁਲਾਉਣਾ ਹੈ ਤੇ ਉਹ ਕਿਸ ਤਰ੍ਹਾਂ ਬੁਲਾ ਸਕਦੇ ਨੇ। Definitely, as I always say in my videos, that Canada is very supportive of family reunification. मतलब कि families ਨੂੰ unite करना Canada is very very easy on that. ਤੇ अगर ਆਪਾਂ study permit ਤੇ ਬੱਚਾ ਜਿਹੜਾ ਕੈਨੇਡਾ ਗਿਆ ਹੋਇਆ ਹੈ ਜਾਂ ਉਹ married ਹੈ ਤਾਂ ਉਹ ਆਪਣੇ spouse ਨੂੰ ਕਿਵੇਂ ਕੈਨੇਡਾ ਬੁਲਾਏ। ਆਪਾਂ ਇੰਡੀਆ ਦੇ ਵਿੱਚ commonly ਉਹਨੂੰ ਕਹਿ ਦਿੰਦੇ ਆ dependent visa, but in Canadian immigration language we call it as spouse open work permit application. You as a immigrant ਜੋ ਤੁਸੀਂ ਕੈਨੇਡਾ ਜਾ ਰਹੇ ਹੋ on study permit, ਤੁਸੀਂ ਅਲਾਉਡ ਹੋ ਕਿ ਤੁਸੀਂ ਆਪਣੇ ਹਸਬੈਂਡ ਦੀ ਐਪਲੀਕੇਸ਼ਨ ਆਪਣੇ ਨਾਲ ਸਟੱਡੀ ਪਰਮਿਟ ਦੇ ਲਗਾ ਸਕਦੇ ਹੋ, ਓਪਨ ਵਰਕ ਪਰਮਿਟ ਦੀ। ਬਟ ਵੀ ਹਾਈਲੀ ਡਿਸਕਰੇਜ ਯੂ ਟੂ ਡੂ ਦੈਟ, ਬਿਕਾਜ਼ ਜਦੋਂ ਤੁਸੀਂ ਆਪਣੇ ਹਸਬੈਂਡ ਦੇ ਨਾਲ ਫਾਈਲ ਇਕੱਠੀ ਸਪਾਊਸ ਓਪਨ ਵਰਕ ਪਰਮਿਟ ਦੀ ਸਟੱਡੀ ਪਰਮਿਟ ਦੇ ਟਾਈਮ ਤੇ ਲਗਾਓਗੇ, ਪਹਿਲੀ ਚੀਜ਼ ਤੁਹਾਨੂੰ ਆਪਣੇ ਫਾਈਨੈਂਸ਼ੀਅਲਸ ਬਹੁਤ ਜ਼ਿਆਦਾ ਦਿਖਾਣੇ ਪੈਣਗੇ। ਸੈਕੰਡਲੀ ਤੁਹਾਡੇ ਫੈਮਿਲੀ ਟਾਈਜ਼ ਬਿਲਕੁਲ ਖਤਮ ਹੋ ਜਾਂਦੇ ਹੈ ਕੰਟਰੀ ਦੇ ਨਾਲ, ਵਿਚ ਇਜ਼ ਇੰਡੀਆ। ਤੁਸੀਂ ਅਗਰ ਆਪਣੇ ਹਸਬੈਂਡ ਦੇ ਨਾਲ ਫਾਈਲ ਇਕੱਠੀ ਲਗਾ ਦੋਗੇ ਤਾਂ ਵੀਜ਼ਾ ਆਫਿਸਰ ਜੋ ਤੁਹਾਡੀ ਫਾਈਲ ਦੇਖੇਗਾ ਤਾਂ ਉਹਨੂੰ ਇਹ ਲੱਗੇਗਾ ਕਿ ਇਹਨਾਂ ਨੇ ਵਾਪਸ ਹੁਣ ਆਣਾ ਨਹੀਂ, ਇਸ ਕਰਕੇ ਸਿਰਫ ਕੈਨੇਡਾ ਸੈਟਲ ਹੋਣ ਲਈ ਜਾ ਰਹੇ ਹੈ ਤਾਂ ਦੇ ਡੈਫੀਨੇਟਲੀ ਹੀ ਕੈਨ ਡੈਫੀਨੇਟਲੀ ਰਿਫਿਊਜ਼ ਯੋਰ ਐਪਲੀਕੇਸ਼ਨ ਬਾਈ ਸੇਇੰਗ ਦੈਟ ਤੁਹਾਡੇ ਕੰਟਰੀ ਨਾਲ ਟਾਈਜ਼ ਠੀਕ ਨਹੀਂ ਹੈਗੇ ਐਂਡ ਯੂ ਵਿਲ ਨਾਟ ਰਿਟਰਨ ਆਫਟਰ ਕੰਪਲੀਟਿੰਗ ਯੋਰ ਸਟੱਡੀਜ਼ ਇਨ ਕੈਨੇਡਾ। ਤੇ ਇਸ ਕਰਕੇ ਦੈਟਸ ਵਾਈ ਵੀ ਹਾਈਲੀ ਡਿਸਕਰੇਜ ਆਲ ਆਰ ਕਲਾਇੰਟਸ ਨਾਟ ਟੂ ਅਪਲਾਈ ਐਜ਼ ਹਸਬੈਂਡ ਵਾਈਫ ਟੂਗੈਦਰ। ਇੱਕ ਮਤਲਬ ਕਿ ਇੱਕੋ ਹੀ ਪੈਕੇਜ ਦੇ ਵਿੱਚ ਆਪਣਾ ਸਟੱਡੀ ਪਰਮਿਟ ਤੇ ਸਪਾਊਸ ਓਪਨ ਵਰਕ ਪਰਮਿਟ ਇਕੱਠੀ ਫਾਈਲ ਨਾ ਲਗਾਓ। ਤੁਸੀਂ ਵੇ ਆਊਟ ਅਸੀਂ ਹੁਣ ਤੁਹਾਨੂੰ ਦੱਸਾਂਗੇ ਕੀ ਹੈ। ਪਹਿਲਾਂ ਤੁਸੀਂ ਆਪਣਾ ਸਟੱਡੀ ਪਰਮਿਟ ਲਓ, ਜਿਹੜਾ ਐਪਲੀਕੈਂਟ ਹੈਗਾ, ਸਟੂਡੈਂਟ ਹੈਗਾ, ਉਹ ਆਪਣਾ ਸਟੱਡੀ ਪਰਮਿਟ ਆਪਣਾ ਅਪਰੂਵ ਕਰਵਾਏ। ਕੈਨੇਡਾ 1 ਮਹੀਨੇ ਪਹੁੰਚਣ ਤੋਂ ਬਾਅਦ ਆਪਣੇ ਹਸਬੈਂਡ ਦਾ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਰੈਡੀ ਕਰੇ। ਹੁਣ ਕਿਵੇਂ ਇਹ ਐਪਲੀਕੇਸ਼ਨ ਲੱਗਦੀ ਹੈ? ਯੂ ਨੀਡ ਯੋਰ ਸਟੱਡੀ ਪਰਮਿਟ ਐਪਲੀਕੇਸ਼ਨ। ਤੁਹਾਡੀ ਫਾਈਲ ਦੇ ਵਿੱਚ, ਤੁਹਾਡੇ ਸਪਾਊਸ ਦੀ ਫਾਈਲ ਦੇ ਵਿੱਚ ਸਟੱਡੀ ਪਰਮਿਟ ਦੀ ਤੁਹਾਡੀ ਅਪਰੂਵਲ ਲੈਟਰ ਲੱਗੇਗੀ, ਇਨਰੋਲਮੈਂਟ ਲੈਟਰ ਲੱਗੇਗੀ। ਤੁਹਾਡੇ ਜੋ ਤੁਸੀਂ ਪੜ੍ਹਾਈ ਕਰ ਰਹੇ ਹੋ ਕੈਨੇਡਾ ਦੇ ਵਿੱਚ, ਤੁਹਾਡੇ ਹਸਬੈਂਡ ਦੇ ਵੱਲੋਂ ਤੁਹਾਡਾ ਫੈਮਿਲੀ ਦਾ ਜਿਹੜਾ ਪ੍ਰੂਫਸ ਹੈਗੇ ਆ ਉਹ ਬਹੁਤ ਸਟਰੋਂਗ ਚਾਹੀਦੇ ਆ, ਫੈਮਿਲੀ ਟਾਈਜ਼ ਬਹੁਤ ਸਟਰੋਂਗ ਚਾਹੀਦੇ ਆ। ਤੁਹਾਡੇ ਹਸਬੈਂਡ ਅਗਰ ਕਰੰਟਲੀ ਕੋਈ ਜੌਬ ਕਰ ਰਹੇ ਤਾਂ ਉਹਦੀ ਜਿਵੇਂ ਲੈਟਰਸ ਲੱਗਣਗੀਆਂ ਕਿ ਹੀ ਵਾਸ ਕਰੰਟਲੀ ਵਰਕਿੰਗ, ਉਹਨਾਂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ, CA ਰਿਪੋਰਟਸ, CA ਵੈਲੂਏਸ਼ਨ ਰਿਪੋਰਟਸ। ਉਹ ਸਿੰਗਲ ਚਾਈਲਡ ਹੈ ਤਾਂ ਤੁਸੀਂ ਉਹ ਐਕਸਪਲੇਨੇਸ਼ਨ ਲੈਟਰ 'ਚ ਐਕਸਪਲੇਨ ਕਰਨਾ ਹੈ ਦੈਟ ਯੂ ਆਰ ਸਿੰਗਲ ਚਾਈਲਡ, ਤਾਂ ਤੁਸੀਂ ਇਸ ਟਾਈਮ 'ਤੇ ਆਪਣੀ ਵਾਈਫ ਨੂੰ ਸਪੋਰਟ ਕਰਨ ਲਈ ਕੈਨੇਡਾ ਜਾ ਰਹੇ ਹੋ, ਬਟ ਇਵੈਂਚੁਅਲੀ ਯੂ ਹੈਵ ਪੇਰੈਂਟਸ ਬਿਹਾਈਂਡ। ਤਾਂ ਤੁਸੀਂ ਵਾਪਸ ਆਓਗੇ ਜਿਵੇਂ ਤੁਹਾਡਾ ਸਪਾਊਸ ਪੜ੍ਹਾਈ ਕੰਪਲੀਟ ਕਰ ਲੇਗਾ ਤਾਂ ਤੁਸੀਂ ਆਪਣੇ ਬਹੁਤ ਕੰਟਰੀ ਨਾਲ ਸਟਰੋਂਗ ਟਾਈਜ਼ ਦਿਖਾਣੇ ਹੈ, ਪ੍ਰੋਪਰਟੀ ਪੇਪਰਸ ਦਿਖਾਣੇ ਹੈ, ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟਰੋਂਗ ਦਿਖਾਣਾ ਹੈ before you apply for the spouse open work permit. The main important document which is very much important for proving your relationship is not only marriage certificate but also many other documents. अगर तुसी apart रह रहे हो हुण इन्ने टाइम तो या तुसी दूर हो एक दूजे तो, तुहाडी recent marriage होई है तो तुहाडियां WhatsApp chats, तुहाडियां call history, marriage pictures, your engagement pictures, all the ceremony pictures that you have to put attach along with your application. अगर तुहाडी recent marriage है, बहुत clients ਇਹੋ ਜਿਹੇ ਹੁੰਦੇ ਆ ਜਿਹੜੇ ਇੱਥੋਂ ਵਿਆਹ ਕਰਾ ਕੇ ਰੀਸੈਂਟਲੀ 2 ਮਹੀਨੇ ਰਹਿ ਕੇ ਬਾਹਰ ਚਲੇ ਗਏ। ਸੋ ਯੂ ਨੀਡ ਟੂ ਪ੍ਰੂਵ ਯੋਰ ਰਿਲੇਸ਼ਨਸ਼ਿਪ ਵੈਰੀ ਸਟਰੋਂਗਲੀ ਇਨ ਦੈਟ ਕੇਸ। ਤੁਹਾਡੇ ਰਿਲੇਸ਼ਨਸ਼ਿਪ ਜਿਹੜਾ ਇੱਕ ਦੂਜੇ ਨਾਲ ਹੈਗਾ ਉਹ ਬਹੁਤ ਜ਼ਿਆਦਾ ਉਹਦੀ ਡਾਕੂਮੈਂਟੇਸ਼ਨ ਦੇ ਉੱਤੇ ਐਨਫਸਿਸ ਹੋਣਾ ਚਾਹੀਦਾ ਹੈ। ਇਫ ਯੂ ਆਰ ਮੈਰਿਡ ਫਰਮ ਪਾਸਟ 5 years ਤੇ ਤੁਹਾਡਾ ਬੇਬੀ ਹੈ ਦੈਨ ਡੈਫੀਨੇਟਲੀ ਇਟਸ ਨਾਟ ਅ ਪ੍ਰੋਬਲਮ, ਬਿਕਾਜ਼ ਤੁਸੀਂ ਬੱਚੇ ਦਾ ਬਰਥ ਸਰਟੀਫਿਕੇਟ ਲਗਾ ਸਕਦੇ ਹੋ, ਆਪਣਾ ਮੈਰਿਜ ਸਰਟੀਫਿਕੇਟ ਲਗਾਓਗੇ ਦੈਨ ਇਟਸ ਐਬਸੋਲੂਟਲੀ ਫਾਈਨ। ਬਟ ਇਫ ਯੂ ਹੈਡ ਅ ਰੀਸੈਂਟ ਮੈਰਿਜ ਤਾਂ ਉਸ ਟਾਈਮ 'ਤੇ ਤੁਹਾਨੂੰ ਆਪਣਾ ਰਿਲੇਸ਼ਨਸ਼ਿਪ ਪ੍ਰੂਫਸ ਬਹੁਤ ਸਟਰੋਂਗ ਲਗਾਉਣੇ ਪੈਣਗੇ। ਐਂਡ ਹਸਬੈਂਡ ਦੇ ਐਜ਼ ਆਈ ਸੈਡ ਕੰਟਰੀ ਦੇ ਨਾਲ ਆਪਣੇ ਟਾਈਜ਼, ਆਪਣੀ ਫੈਮਿਲੀ ਦੀ ਇਨਕਮ, ਆਪਣੇ ਫਾਈਨੈਂਸ਼ੀਅਲ ਸਟੇਟਸ, CA ਰਿਪੋਰਟਸ, ਪ੍ਰੋਪਰਟੀ ਵੈਲੂਏਸ਼ਨ, ਸਭ ਕੁਝ ਬਹੁਤ ਸਟਰੋਂਗ ਲਗਾਉਣਾ ਪਏਗਾ। ਅਤੇ ਤੁਹਾਡੀ ਜਿਹੜੀ ਸਪਾਊਸ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਦਾ ਐਜ਼ ਆਈ ਸੈਡ ਇਨਰੋਲਮੈਂਟ ਲੈਟਰਸ ਕਾਲਜ ਵੱਲੋਂ ਅਤੇ ਉਹਨਾਂ ਦਾ ਸਟੱਡੀ ਪਰਮਿਟ ਲੱਗੇਗਾ। ਜੀ ਬਿਲਕੁਲ। ਤੇ ਇਹ ਸੀਗੇ ਇੰਪੋਰਟੈਂਟ ਫੰਡਸ ਔਰ ਡਾਕੂਮੈਂਟਸ ਜਿਹੜੇ ਕਿ ਹੈ ਤੁਹਾਨੂੰ ਲਗਾਉਣੇ ਪੈਣਗੇ ਐਂਡ ਬੀ ਕਲੀਅਰ ਵਾਈਲ ਯੂ ਪੁੱਟ ਯੋਰ ਡਾਕੂਮੈਂਟਸ ਔਨ ਪੇਪਰਸ, ਕਿਉਂਕਿ ਕੋਈ ਵੀ ਮਿਸ ਇਨਫੋਰਮੇਸ਼ਨ ਅਗਰ ਚਲੀ ਜਾਂਦੀ ਹੈ ਉਹ ਤੁਹਾਡੇ ਪ੍ਰੋਫਾਈਲ ਵਾਸਤੇ ਹਾਰਮਫੁਲ ਹੋ ਸਕਦੀ ਹੈ। ਔਰ ਕਿਹੜੇ ਪੇਪਰ ਅਪਲੋਡ ਕਰਨੇ ਨੇ ਆ, ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਹਾਡੇ TV ਸਕਰੀਨ ਤੇ ਦਿੱਤੇ ਗਏ, ਮੈਮ ਤੁਹਾਨੂੰ ਖੁਦ ਗਾਈਡ ਕਰਨਗੇ। ਔਰ ਮੈਮ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦੀ ਏਜ ਹੁੰਦੀ ਹੈ 30+, ਉਹ ਅਬਰੋਡ ਜਾ ਕੇ ਸਟੱਡੀ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਸਪਾਊਸ ਵਾਸਤੇ ਕੀ ਆਪਸ਼ਨਸ ਹਨ?
Well, same option रहेगी उन्होंने spouse ਲਈ ਵੀ that you know they join you in Canada on an open work permit. Open work permit ਦਾ ਮਤਲਬ ਇਹ ਹੈ it's a fantastic option ਤੁਹਾਡਾ ਜਿਹੜੇ spouse ਹੈਗੇ ਹੈ he can or she can work in any industry, any field for any number of hours that is full time. ਉਹਨਾਂ ਦੇ ਉੱਤੇ ਕੋਈ restriction ਨਹੀਂ ਹੁੰਦੀ. ਜਿਹੜਾ study permit ਤੇ spouse ਹੈ ਉਹਨੂੰ definitely ਆਪਣੇ 20 ਘੰਟੇ part time ਤੇ ਕੰਮ ਕਰਨਾ ਪਏਗਾ ਲੇਕਿਨ ਜਿਹੜੇ ਤੁਹਾਡੇ spouse ਇੱਥੋਂ ਗਏ ਨੇ ਕੈਨੇਡਾ ਉਹਨਾਂ ਦੇ ਉੱਤੇ ਕੋਈ ਵੀ occupation, employer restrictions, work permit is open work permit ਮਤਲਬ ਕਿ ਤੁਸੀਂ ਕੋਈ ਵੀ ਜਾ ਕੇ ਉੱਥੇ ਜੌਬ ਕਰ ਸਕਦੇ ਹੋ and for n number of hours that is full time ਤੁਸੀਂ ਜੌਬ ਕਰ ਸਕਦੇ ਹੋ। ਓਕੇ ਤੇ ਮੈਮ ਕੀ ਜੌਬ ਓਪਰਚੁਨਿਟੀਜ਼ ਜੇ ਲੋਕਾਂ ਵਾਸਤੇ ਹੁੰਦੀਆਂ ਨੇ ਜਿਹੜੇ ਕਿ ਸਪਾਊਸ ਇੱਧਰ ਉੱਧਰ ਜਾਂਦੇ ਨੇ ਕੀ ਓਪਰਚੁਨਿਟੀਜ਼ ਉਹਨਾਂ ਵਾਸਤੇ ਜੌਬ ਦੀਆਂ ਹੁੰਦੀਆਂ ਨੇ? For example, अगर तुसी highly educated हो, बहुत अच्छी job तो इंडिया तो जा रहे हो, तो definitely you can look forward to white collar jobs in Canada. For example, banking jobs, IT professionals, you have many opportunities for you. अगर for example तुसी agriculturist background तो या तुसी agriculture farming background तो हैगे हो, तो तुसी उत्थे जाके harvesting labor ਇਹੋ ਜਿਹੀਆਂ jobs भी कर सकते हो. अगर तुसी इंडिया तो construction ਦੇ background तो हैगे हो, तो तुसी construction labor वांगू initially शुरू कर सकते हो. अगर तुसी real estate ਦਾ business इंडिया च करते हो तो तुसी कैनेडा जाके अपना रियल एस्टेट ते लाइसेंस ਲਈ भी अप्लाई कर सकते हो एंड यू कैन स्टार्ट वर्किंग इनिशियली विद समबडी ऑन दैट फ्रंट. तो एज आई सेड you can either do blue collar jobs, white collar jobs. You are totally allowed to do any kind of job in Canada till the time you are doing it legally and doing it in the right industry. There is no problem at all and तुसी full time allowed हो काम करना. As I said, it's an open work permit and there are no restrictions on your work permit. बिल्कुल और अगर ਤੁਹਾਡੀ ਪ੍ਰੋਫਾਈਲ ਵੈਲਿਡ ਹੈ ਤੁਹਾਡੇ ਪੇਪਰਸ ਵੈਲਿਡ ਐਂਡ ਡੈਫੀਨਿਟਲੀ ਤੁਹਾਡੇ ਸਪਾਊਸ ਨੂੰ ਟਰੈਵਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ. ਮੈਮ ਇੱਕ ਕੁਐਸਚਨ ਹੋਰ ਬਹੁਤ ਆਉਂਦਾ ਹੈ ਕਿ ਜਦੋਂ ਜਿਹੜਾ ਮੇਨ ਐਪਲੀਕੈਂਟ ਹੈ ਜਿਹੜਾ ਸਟੱਡੀ ਵੀਜ਼ਾ ਤੇ ਹੈ ਉਹਦੀ ਸਟੱਡੀ ਜਦ ਕੰਪਲੀਟ ਹੋ ਜਾਂਦੀ ਹੈ ਤੇ ਫਿਰ ਦੋਨੋਂ ਐਪਲੀਕੈਂਟਸ ਨੂੰ ਵਾਪਸ ਆਉਣਾ ਪੈਂਦਾ? That's an excellent question. I would say ਕਿ ਜਦੋਂ ਹੁਣ ਸਟੂਡੈਂਟ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੁਹਾਡਾ ਸਪਾਊਸ ਤੁਹਾਡੇ ਸਟੱਡੀ ਪਰਮਿਟ ਦੇ ਬੇਸਿਸ ਦੇ ਉੱਤੇ ਕੈਨੇਡਾ ਆਇਆ ਸੀ ਹੁਣ ਤੁਹਾਡੇ ਦੋਨਾਂ ਦਾ ਫਿਊਚਰ ਕੀ ਹੈ? ਔਨੈਸਟ ਜਿਹੜਾ ਸਟੂਡੈਂਟ ਹੈਗਾ ਉਹ ਤਾਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾ ਦੇਗਾ ਬਟ ਸਪਾਊਸ ਕੀ ਕਰੇਗਾ? ਜਿਵੇਂ ਹੀ ਤੁਸੀਂ ਆਪਣਾ ਸਟੂਡੈਂਟ ਜਿਹੜਾ ਹੈ ਹੁਣ ਉਹਦਾ ਸਟੇਟਸ ਚੇਂਜ ਹੋ ਰਿਹਾ ਹੈ ਉਹ ਸਟੂਡੈਂਟ ਤੋਂ ਹੁਣ ਵਰਕਰ ਬਣੇਗਾ that is he or she is going to become a temporary worker. ਉਹ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਗੇ. ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਸਪਾਊਸ ਨੂੰ ਵੀ ਆਪਣਾ ਸਪਾਊਸ ਓਪਨ ਵਰਕ ਪਰਮਿਟ ਦੀ ਰੀਐਪਲੀਕੇਸ਼ਨ ਲਗਾਉਣੀ ਪਏਗੀ, ਐਕਸਟੈਂਸ਼ਨ ਲਗਾਉਣੀ ਪਏਗੀ ਆਪਣੇ ਪਰਮਿਟ ਦੀ. ਬਟ ਇਹਦੇ 'ਚ ਆਪਾਂ ਨੂੰ ਇੱਕ ਚੀਜ਼ ਦਾ ਬਹੁਤ ਖਿਆਲ ਰੱਖਣਾ ਹੈ ਕਿ ਜਿਹੜਾ ਸਟੂਡੈਂਟ ਹੈ ਜਿਹੜਾ ਹੁਣ ਉਹਦੀ ਪੜ੍ਹਾਈ ਖਤਮ ਹੋਈ ਹੈ ਹੁਣ ਉਹ ਆਪਣਾ ਵਰਕ ਪਰਮਿਟ ਲਗਾ ਰਿਹਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਗਾ ਰਹੇ ਹੈ ਉਹਨਾਂ ਦੀ ਜਿਹੜੀ ਜੌਬ ਹੈ ਉਹ ਨੌਕ OAB ਕੈਟਾਗਰੀ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਉਹਨਾਂ ਕੋਲ 3 ਪੇ ਸਟਬ ਆਪਣੇ ਹੋਣੇ ਚਾਹੀਦੇ ਆ ਉਸ ਜੌਬ ਤੇ. ਨੌਕ OAB ਮੈਂ ਆਪਣੇ ਹਰ ਵੀਡੀਓ 'ਚ ਇੱਕ ਵਾਰੀ ਰੈਫਰੈਂਸ ਦਿੰਦੀ ਹਾਂ ਕਿ ਕੀ ਹੁੰਦਾ ਹੈ. ਆਈਦਰ ਯੂ ਆਰ ਐਟ ਅ ਸੁਪਰਵਾਈਜ਼ਰੀ ਔਰ managerial role or you are into a trade which requires a specific studies ਤੇ ਤੁਸੀਂ ਅਗਰ IT professional ਹੋ ਜਾਂ ਤੁਸੀਂ supervisory role ਤੇ ਹੋ ਜਾਂ ਇਹੋ ਜਿਹੇ ਕਿਸੇ ਵੀ ਕੰਮ ਦੇ ਉੱਤੇ ਹੈਗੇ ਹੋ ਤਾਂ ਤੁਸੀਂ ਨੌਕ OAB ਤੁਸੀਂ ਸਾਡੇ ਤੋਂ ਆਪਣੀ ਨੌਕ ਚੈੱਕ ਕਰਾ ਸਕਦੇ ਹੋ. ਨੌਕ OAB ਦੀ ਕੈਟਾਗਰੀ ਦੀ ਜੌਬ 'ਚ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ for your spouse to get an extended open work permit. ਜਦੋਂ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾਓਗੇ ਤੁਹਾਡੇ ਕੋਲ 3 ਪੇ ਸਟਬਸ ਪਲੱਸ ਨੌਕ OAB ਦੀ ਜੌਬ ਹੋਣੀ ਚਾਹੀਦੀ ਹੈ. ਫੋਰ ਐਗਜ਼ਾਮਪਲ ਅਗਰ ਤੁਸੀਂ ਸਟੱਡੀ ਪਰਮਿਟ ਤੇ ਪਾਰਟ ਟਾਈਮ ਟਿਮ ਹਾਰਟਨਸ 'ਚ ਕਰੂ ਮੈਂਬਰ ਲੱਗੇ ਸੀ ਤੇ ਤੁਸੀਂ ਹੁਣ ਉਹਦੇ ਬੇਸਿਸ ਦੇ ਉੱਤੇ ਆਪਣੇ ਹਸਬੈਂਡ ਦਾ ਸਪਾਊਸ ਓਪਨ ਵਰਕ ਪਰਮਿਟ ਐਕਸਟੈਂਡ ਨਹੀਂ ਕਰ ਪਾਓਗੇ. ਤੁਹਾਨੂੰ ਫੁੱਲ ਟਾਈਮ ਜੌਬ ਚਾਹੀਦੀ ਹੋਏਗੀ. ਫੋਰ ਐਗਜ਼ਾਮਪਲ ਤੁਸੀਂ ਅਸਿਸਟੈਂਟ ਸੁਪਰਵਾਈਜ਼ਰ ਬਣ ਗਏ ਟਿਮ ਹਾਰਟਨਸ ਦੇ ਵਿੱਚ ਉਹਦੀ ਤੁਸੀਂ ਜੌਬ ਆਫਰ ਆਪਣੀ ਨਾਲ ਲਗਾ ਕੇ 3 ਪੇ ਸਟਬ ਆਪਣੇ ਨਾਲ ਲਗਾ ਕੇ ਜੌਬਸ ਐਂਡ ਡਿਊਟੀਜ਼ ਮੈਂਸ਼ਨ ਕਰਕੇ ਤੁਹਾਡਾ ਹੁਣ ਹਸਬੈਂਡ ਜਿਹੜੇ ਹੈ ਉਹ ਡਾਕੂਮੈਂਟ ਆਪਣੀ ਫਾਈਲ 'ਚ ਲਗਾਉਣਗੇ ਤੇ ਉਹ ਫਿਰ ਸਪਾਊਸ ਓਪਨ ਵਰਕ ਪਰਮਿਟ ਐਕਸਟੈਂਸ਼ਨ ਆਪਣੀ ਅਪਲਾਈ ਕਰ ਪਾਉਣਗੇ. ਓਕੇ ਜਸਪ੍ਰੀਤ ਜੀ ਲੇਕਿਨ ਇਹ ਵੀ ਇੱਕ ਡਾਊਟਫੁਲ ਕੁਐਸਚਨ ਹੈ ਕਿ ਅਗਰ ਕਿਸੇ ਦੀ ਨੌਕ OAB ਕੈਟਾਗਰੀ 'ਚ ਜੌਬ ਨਹੀਂ ਲੱਗਦੀ ਕਿਸੇ ਦੇ ਸਪਾਊਸ ਦੀ ਫਿਰ ਉਹਨਾਂ ਵਾਸਤੇ ਕੀ ਆਪਸ਼ਨਸ ਹੈ ਉਹ ਕੀ ਕਰ ਸਕਦੇ ਨੇ? ਇਹ ਐਕਚੁਅਲੀ ਬਹੁਤ ਜ਼ਿਆਦਾ ਨਾਰਮਲ ਸਿਚੁਏਸ਼ਨ ਫੇਸ ਕਰਦੇ ਨੇ ਕਪਲਸ ਇਨ ਕੈਨੇਡਾ ਕਿ ਜਦੋਂ ਪੜ੍ਹਾਈ ਕੰਪਲੀਟ ਹੋ ਗਈ ਤਾਂ ਜਿਹੜਾ ਸਟੂਡੈਂਟ ਹੈ ਉਹਨੂੰ ਤਾਂ ਆਪਣਾ ਵਰਕ ਪਰਮਿਟ ਮਿਲ ਜਾਏਗਾ ਵਿਚ ਇਜ਼ ਪੋਸਟ ਗ੍ਰੈਜੂਏਟ ਵਰਕ ਪਰਮਿਟ. ਲੇਕਿਨ ਜਿਹੜਾ ਸਪਾਊਸ ਹੈ ਉਹ ਹੁਣ ਡਿਪੈਂਡੈਂਟ ਹੋ ਗਿਆ ਆਪਣੇ ਦੂਜੇ ਸਪਾਊਸ ਦੇ ਉੱਤੇ ਜਿਹੜਾ ਸਟੱਡੀ ਪਰਮਿਟ ਤੇ ਸੀ ਕਿ ਉਹਦੀ ਹੁਣ ਨੌਕ OAB ਦੀ ਨੌਕਰੀ ਲੱਗੇਗੀ ਤਾਂ ਉਹਦਾ ਸਪਾਊਸ ਓਪਨ ਵਰਕ ਪਰਮਿਟ ਅੱਗੇ ਚੱਲੇਗਾ. ਤੇ ਇਹ ਸਿਨਾਰੀਓ 'ਚ ਫੋਰ ਐਗਜ਼ਾਮਪਲ ਤੁਸੀਂ ਇਹ ਕੈਚ 22 ਸਿਚੁਏਸ਼ਨ 'ਚ ਹੈਗੇ ਹੋ ਜਿੱਥੇ ਤੁਹਾਡਾ ਜਿਹੜਾ ਸਪਾਊਸ ਹੈ ਉਹਦਾ ਸਟੱਡੀ ਕੰਪਲੀਟ ਹੋ ਗਈ ਲੇਕਿਨ ਉਹਨਾਂ ਕੋਲ ਨੌਕ OAB ਦੀ ਕੈਟਾਗਰੀ
ਦੀ ਜੌਬ ਨਹੀਂ ਹੈਗੀ ਤਾਂ what is your possibility when you are on open work permit? ਫਸਟ ਇਜ਼ ਕਿ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਤੁਹਾਨੂੰ ਜਿਹੜਾ ਓਪਨ ਵਰਕ ਪਰਮਿਟ ਮਿਲਿਆ ਹੈ ਉਹ ਤੁਹਾਨੂੰ ਸਟੱਡੀ ਪਰਮਿਟ ਦੀ ਵੈਲਿਡਿਟੀ ਦੇ ਬੇਸਿਸ ਤੇ ਮਿਲਿਆ ਹੈ। ਮਤਲਬ ਕਿ ਜਿਹੜਾ ਸਟੱਡੀ ਪਰਮਿਟ ਤੇ ਸਪਾਊਸ ਹੈ ਉਹਦੇ ਸਪਾਊਸ ਉਹਦਾ ਜਿਹੜਾ ਵੈਲਿਡਿਟੀ ਹੈਗੀ ਹੈ ਐਕਸਪਾਇਰੀ ਦੀ ਪਰਮਿਟ ਦੀ, ਤੁਹਾਡੇ ਓਪਨ ਵਰਕ ਪਰਮਿਟ ਦੀ ਵੈਲਿਡਿਟੀ ਵੀ ਓਨੀ ਹੋਏਗੀ। ਫੋਰ ਐਗਜ਼ਾਮਪਲ ਅਗਰ ਮੇਰਾ ਜੂਨ 22 ਨੂੰ ਪੜ੍ਹਾਈ ਖਤਮ ਹੋ ਰਹੀ ਹੈ ਤਾਂ ਮੇਰੇ ਸਪਾਊਸ ਨੂੰ ਜਿਹੜਾ ਓਪਨ ਵਰਕ ਪਰਮਿਟ ਮਿਲੇਗਾ ਉਹ ਵੀ ਜੂਨ 22 ਤੱਕ ਹੀ ਵੈਲਿਡ ਹੋਏਗਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਤੁਹਾਡੇ ਸਪਾਊਸ ਦਾ ਜੂਨ 22 ਨੂੰ ਐਕਸਪਾਇਰ ਹੋਇਆ ਸਟੱਡੀ ਪਰਮਿਟ, ਉਸੇ ਦਿਨ ਹੀ ਤੁਹਾਡਾ ਓਪਨ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ। ਹੁਣ ਤੁਹਾਡੇ ਸਪਾਊਸ ਦੇ ਕੋਲ ਅਗਰ ਨਹੀਂ ਆਈ ਨੌਕ OAB ਦੀ ਨੌਕਰੀ ਤਾਂ ਤੁਹਾਡੇ ਕੋਲ ਕੀ ਆਪਸ਼ਨ ਹੈ? ਆਈ ਵੁੱਡ ਰეკਮੈਂਡ ਯੂ ਕਿ ਇਮੀਡੀਏਟਲੀ ਆਪਣੀ ਜੌਬ ਛੱਡ ਦਿਓ, ਆਪਣਾ ਇਮੀਡੀਏਟ ਅਪਲਾਈ ਕਰੋ ਸਟੇਟਸ ਚੇਂਜ ਦਾ ਐਪਲੀਕੇਸ਼ਨ ਵਿਚ ਇਜ਼ ਯੋਰ ਵਿਜ਼ਿਟਰ ਵੀਜ਼ਾ। ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰੋ, ਤੁਸੀਂ ਆਪਣਾ ਸਟੇਟਸ ਚੇਂਜ ਕਰ ਰਹੇ ਹੋ, ਤੁਸੀਂ ਸਪਾਊਸ ਓਪਨ ਵਰਕ ਪਰਮਿਟ ਤੋਂ ਵਿਜ਼ਿਟਰ ਦੀ ਐਪਲੀਕੇਸ਼ਨ ਲਗਾਓ ਐਂਡ ਉਸ ਤੋਂ ਬਾਅਦ ਜਦੋਂ ਤੁਹਾਡੇ ਸਪਾਊਸ ਦੇ ਕੋਲ ਨੌਕ OAB ਦੀ ਜੌਬ ਆ ਜਾਏ ਤੁਸੀਂ ਫਿਰ ਆਪਣਾ ਸਟੇਟਸ ਚੇਂਜ ਕਰ ਸਕਦੇ ਹੋ ਟੂ ਸਪਾਊਸ ਓਪਨ ਵਰਕ ਪਰਮਿਟ। ਮਤਲਬ ਤੁਸੀਂ ਦ ਡੇ ਯੂ ਲੈਂਡ ਅਪ ਦੇਅਰ ਔਰ ਜਦੋਂ ਤੁਸੀਂ ਕੰਮ ਕਰਨਾ ਸਟਾਰਟ ਕਰਦੇ ਹੋ ਉਸ ਦਿਨ ਤੋਂ ਲੈ ਕੇ ਜਦ ਤੱਕ ਤੁਹਾਡੇ ਸਪਾਊਸ ਦੀ ਸਟੱਡੀ ਕੰਪਲੀਟ ਨਹੀਂ ਹੁੰਦੀ, ਤੁਹਾਡੇ ਪ੍ਰੋਪਰ ਜਿਹੜੇ ਵਰਕ ਦੇ ਡਾਕੂਮੈਂਟਸ ਹੈ, ਤੁਹਾਡੇ ਬੈਂਕ ਦੇ ਡਿਟੇਲਸ ਹੈ, ਉਹ ਸਾਰੇ ਬਹੁਤ ਇੰਪੋਰਟੈਂਸ ਰੱਖਦੇ ਨੇ, ਉਹ ਸਾਰਿਆਂ ਨੂੰ ਤੁਹਾਨੂੰ ਸੰਭਾਲ ਕੇ ਰੱਖਣਾ ਪਏਗਾ। ਜਸਪ੍ਰੀਤ ਜੀ ਥੈਂਕ ਯੂ ਵੈਰੀ ਮਚ, ਤੁਸੀਂ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਅੱਜ ਸ਼ੇਅਰ ਕੀਤੀ। ਮੈਨੂੰ ਲੱਗਦਾ ਬਹੁਤ ਸਾਰੇ ਸਟੂਡੈਂਟਸ ਦੀ ਬਹੁਤ ਸਾਰੀ ਕਨਫਿਊਜ਼ਨਸ ਖਤਮ ਹੋ ਗਈ ਹੋਏਗੀ ਔਰ ਫਿਰ ਵੀ ਅਗਰ ਕੋਈ ਕਨਫਿਊਜ਼ਨ ਹੈ ਤਾਂ ਮੈਮ ਇਜ਼ ਆਲਵੇਜ਼ ਦੇਅਰ, ਤੁਸੀਂ ਕਾਲ ਕਰ ਸਕਦੇ ਹੋ, WhatsApp ਕਰਕੇ ਵੀ ਆਪਣੀ ਕੁਇਰੀਜ਼ ਰੱਖ ਸਕਦੇ ਹੋ। ਮੈਮ ਥੈਂਕ ਯੂ ਵੈਰੀ ਮਚ ਫॉर ਦਿਸ ਇਨਫੋਰਮੇਸ਼ਨ। ਥੈਂਕ ਯੂ।